Assalamualaikum, dear students. I hope you are all well. As you know all, today we will discuss our chapter A Hole in the Fence. Hole means ਹੁੰਦਾ बेटा मोरी ਜਾਂ ਫਿਰ ਗਲੀ, fence ਹੁੰਦਾ ਆਪਣੀ ਗੇਟ ਵਾਲੀ ਦੀਵਾਰ. Let us read the story. Once there was a little boy. ਇੱਕ ਵਾਰ ਇੱਕ ਛੋਟਾ ਜਿਹਾ ਲੜਕਾ ਸੀ who lived with his parents in a small village. ਜਿਹੜਾ ਆਪਣੇ ਮਾਤਾ ਪਿਤਾ ਨਾਲ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ. His parents were worried because he had a bad temper. ਉਸਦੇ ਮਾਤਾ ਪਿਤਾ ਉਸਦੇ ਬੁਰੇ ਸੁਭਾਅ ਦੇ ਕਾਰਨ ਪਰੇਸ਼ਾਨ ਰਹਿੰਦੇ ਸਨ. He had no friend because he always used bad language in a fit of anger. ਉਸਦਾ ਕੋਈ ਮਿੱਤਰ ਨਹੀਂ ਸੀ ਕਿਉਂਕਿ ਉਹ ਹਮੇਸ਼ਾ ਗੁੱਸੇ ਦੇ ਵਿੱਚ ਗੰਦੀ ਭਾਸ਼ਾ ਦਾ ਵਰਤੋਂ ਕਰਦਾ ਸੀ. ਮੰਨ ਲਓ ਕਿ ਉਹ ਜਿਹੜੀ ਬੁਰੀ ਭਾਸ਼ਾ ਦੀ ਉਹਦੀ ਵਰਤੋਂ ਕਰਦਾ ਸੀ. His parents advised him many times to control his anger, but he did not pay attention. ਉਸਦੇ ਮਾਤਾ ਪਿਤਾ ਉਸਨੂੰ ਕਈ ਵਾਰੀ ਸਮਝਾਉਂਦੇ ਸੀ ਕਿ ਉਹ ਆਪਣੇ ਗੁੱਸੇ ਦੇ ਉੱਪਰ ਕੰਟਰੋਲ ਰੱਖੇ, ਪਰ ਉਹ ਇਸ ਗੱਲ ਵੱਲ ਕਦੇ ਧਿਆਨ ਨਹੀਂ ਦਿੰਦਾ ਸੀ. ਅਟੈਂਸ਼ਨ ਮਤਲਬ ਹੁੰਦਾ ਬੇਟਾ ਧਿਆਨ. The father kept thinking and then he got an idea. ਉਸਦੇ ਪਿਤਾ ਨੇ ਲਗਾਤਾਰ ਸੋਚਿਆ ਤੇ ਫਿਰ ਉਸਨੂੰ ਇੱਕ ਵਿਚਾਰ ਆਇਆ. The next day, ਅਗਲੇ ਦਿਨ, his father gave him a bag of nails and a hammer. ਉਸਦੇ ਪਿਤਾ ਨੇ ਉਸਨੂੰ ਇੱਕ ਕਿੱਲਾਂ ਦਾ ਮਤਲਬ ਮੇਖਾਂ ਦਾ ਥੈਲਾ ਦਿੱਤਾ, ਉਸਦੇ ਨਾਲ ਇੱਕ ਹਥੌੜਾ ਦਿੱਤਾ. He said to him, ਉਸਨੇ ਉਸਨੂੰ ਕਿਹਾ, every time you lose your temper, you must hammer a nail into the back of the fence. The boy accepted the task happily. ਉਸਦੇ ਪਿਤਾ ਨੇ ਕਿਹਾ ਕਿ ਤੈਨੂੰ ਜਦ ਵੀ ਗੁੱਸਾ ਆਵੇ ਬੈਗ ਦੇ ਵਿੱਚੋਂ ਇੱਕ ਕਿੱਲ ਕੱਢੀ ਔਰ ਆਪਣੀ ਦੀਵਾਰ ਦੇ ਪਿਛਲੇ ਪਾਸੇ ਉਹਨੂੰ ਲਗਾ ਦੀ. ਔਰ ਪੁੱਤਰ ਨੇ ਖੁਸ਼ੀ ਖੁਸ਼ੀ ਉਹਨੂੰ ਮੰਨ ਲਿਆ. ਠੀਕ ਹੈ, ਜਿਹੜਾ ਬॉय ਸੀ ਉਹਨੇ ਉਹ ਗੱਲ ਨੂੰ ਖੁਸ਼ੀ ਖੁਸ਼ੀ ਮੰਨ ਲਿਆ. Every time the boy felt angry, he ran to the fence and dropped a nail into it. ਹਮੇਸ਼ਾ ਹਰ ਟਾਈਮ ਜਦੋਂ ਵੀ ਉਹਨੂੰ ਗੁੱਸਾ ਆਉਂਦਾ ਬੱਚਾ ਭੱਜ ਕੇ ਜਾਂਦਾ ਔਰ ਦੀਵਾਰ ਦੇ ਪਿੱਛੇ ਇੱਕ ਮੇਖ ਨੂੰ ਲਗਾ ਦਿੰਦਾ. The first day the boy had driven 13 nails into the fence. ਪਹਿਲੇ ਦਿਨ ਬੱਚੇ ਨੇ 30 ਮੇਖਾਂ ਲਗਾਈਆਂ. After a few days the number of nails started decreasing. ਕੁਝ ਦਿਨਾਂ ਬਾਅਦ ਉਹ ਜਿਹੜੇ ਮੇਖਾਂ ਦੀ ਗਿਣਤੀ ਦੀ ਉਹ ਘਟਣੀ ਸ਼ੁਰੂ ਹੋ ਗਈ. Over the next few weeks, ਅਗਲੇ ਕੁਝ ਹਫ਼ਤਿਆਂ ਦੇ ਵਿੱਚ, he discovered that it was easier control his anger than to drive those nails into the fence. ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਦਿਨਾਂ ਦੇ ਵਿੱਚ ਉਹਨੂੰ ਲੱਗਣ ਲੱਗ ਗਿਆ ਕਿ ਕੰਧ ਦੇ ਵਿੱਚ ਜਿਹੜਾ ਕਿੱਲ ਕੱਢਣਾ ਉਹ ਕੰਮ ਔਖਾ ਹੈ. ਉਸ ਤੋਂ ਔਖਾ ਸੌਖਾ ਕੰਮ ਕੀ ਹੈ ਕਿ ਆਪਾਂ ਆਪਣੇ ਗੁੱਸੇ ਨੂੰ ਹੀ ਕੰਟਰੋਲ ਕਰ ਲਈਏ. ਫਾਈਨਲੀ, ਆਖਿਰਕਾਰ, the day came when the boy did not lose his temper at all. ਅੰਤ ਨੂੰ ਉਹ ਦਿਨ ਆ ਗਿਆ ਜਦੋਂ ਬੱਚੇ ਨੂੰ ਪੂਰੇ ਦਿਨ ਦੇ ਵਿੱਚ ਗੁੱਸਾ ਹੀ ਨਾ ਆਇਆ. He had not hammered any nails into the fence. ਉਸਨੇ ਦੀਵਾਰ ਦੇ ਵਿੱਚ ਕੋਈ ਵੀ ਕਿੱਲ ਨਾ ਲਗਾਇਆ. He told his father about it. ਉਸਨੇ ਇਸ ਬਾਰੇ ਆਪਣੇ ਪਿਤਾ ਨੂੰ ਦੱਸਿਆ. The father gave him one more task to do. ਉਸਦੇ ਪਿਤਾ ਨੇ ਉਸਨੂੰ ਇੱਕ ਹੋਰ ਕੰਮ ਕਰਨ ਨੂੰ ਦਿੱਤਾ. He asked the boy to pull out one nail for each day that he was able to hold his temper. ਕਹਿੰਦੇ ਹਰ ਵਾਰੀ ਜਦ ਤੈਨੂੰ ਗੁੱਸਾ ਆਵੇ ਤੂੰ ਉਹਨੂੰ ਕੰਟਰੋਲ ਕਰ ਲਵੇਂ ਤਾਂ ਉਸ ਕੰਧ ਦੇ ਵਿੱਚੋਂ ਇੱਕ ਕਿੱਲੇ ਨੂੰ ਤੂੰ ਬਾਹਰ ਕੱਢ ਲਈ. The day passed and the little boy was finally able to tell his father that all the nails were gone. ਉਹ ਦਿਨ ਆ ਗਿਆ ਜਦੋਂ ਇੱਕ ਛੋਟਾ ਬੱਚਾ ਆਪਣੇ ਪਿਤਾ ਨੂੰ ਦੱਸ ਸਕਦਾ ਸੀ ਕਿ ਉਸਨੇ ਸਾਰੇ ਜਿਹੜੀਆਂ ਕਿੱਲਾਂ ਦੀਆਂ ਕੰਧ ਦੇ ਵਿੱਚੋਂ ਕੱਢ ਲਈਆਂ ਦੀਆਂ ਕਿਉਂਕਿ ਉਹਨੇ ਜਿਹੜਾ ਆਪਣਾ ਗੁੱਸਾ ਸੀ ਸਾਰਾ ਉਹ ਕੰਟਰੋਲ ਕਰ ਲਿਆ ਸੀ. The father led the little boy to the fence. He said, You have done well, my son. ਪਿਤਾ ਛੋਟੇ ਲੜਕੇ ਨੂੰ ਦੀਵਾਰ ਵੱਲ ਲੈ ਗਿਆ. ਉਹਨਾਂ ਨੇ ਕਿਹਾ, ਮੇਰੇ ਬੱਚੇ ਤੂੰ ਬਹੁਤ ਵਧੀਆ ਕੰਮ ਕੀਤਾ. Now
Look at these holes in the fence. ਹੁਣ ਦੀਵਾਰ ਦੇ ਸੁਰਾਖਾਂ ਨੂੰ ਦੇਖ। The fence will never be the same again. ਜਿਹੜੀ ਦੀਵਾਰ ਹੈ ਕਹਿੰਦੇ ਉਹ ਪਹਿਲਾਂ ਵਰਗੀ ਨਹੀਂ ਰਹੀ। The boy looked at his father and said, I did it because you asked me to. I know, said the father. When you say things in anger, they leave a scar just like this one. ਲੜਕੇ ਨੇ ਆਪਣੇ ਪਿਤਾ ਨੂੰ ਦੇਖਿਆ ਤੇ ਕਿਹਾ, ਮੈਂ ਇਹ ਕੰਮ ਇਸ ਲਈ ਕੀਤਾ ਕਿਉਂਕਿ ਤੁਸੀਂ ਅਜਿਹਾ ਕਰਨ ਨੂੰ ਕਿਹਾ ਸੀ। ਪਿਤਾ ਨੇ ਕਿਹਾ, ਮੈਂ ਜਾਣਦਾ ਹਾਂ, ਜਦੋਂ ਤੁਸੀਂ ਗੁੱਸੇ ਵਿੱਚ ਜੋ ਕੁਝ ਵੀ ਕਹਿੰਦੇ ਹੋ ਉਹ ਉਸੇ ਤਰ੍ਹਾਂ ਹੀ ਨਿਸ਼ਾਨ ਛੱਡ ਜਾਂਦਾ ਹੈ। You can put a knife in a man and draw it out. ਤੁਸੀਂ ਇੱਕ ਆਦਮੀ ਨੂੰ ਚਾਕੂ ਮਾਰ ਦਿਓ ਅਤੇ ਬਾਹਰ ਕੱਢ ਲਿਓ। It won't matter how many times you say you are sorry. The want will always be there. ਤੁਸੀਂ ਕਹਿੰਦੇ ਉਹਦਾ ਪਿਤਾ ਕਹਿੰਦਾ ਵੀ ਤੁਸੀਂ ਕਿਸੇ ਆਦਮੀ ਨੂੰ ਚਾਕੂ ਮਾਰੋ, ਉਹਨੂੰ ਬਾਹਰ ਕੱਢ ਲਓ, ਤੁਸੀਂ ਜਿੰਨੇ ਵਾਰੀ ਮਰਜ਼ੀ ਉਹਨੂੰ ਸੌਰੀ ਕਹਿ ਲਾਵੋ, ਪਰ ਉਹ ਚਾਕੂ ਦਾ ਨਿਸ਼ਾਨ ਉਸ ਤਰ੍ਹਾਂ ਰਹੂਗਾ ਹੀ ਰਹੂਗਾ। I would give in ਪਿਤਾ ਕਹਿੰਦਾ ਹੈ ਕਿ ਜਿਵੇਂ ਇੱਕ ਜ਼ਖਮ ਚਾਕੂ ਨਾਲ ਦਿੱਤਾ ਜ਼ਖਮ ਦਾ ਨਿਸ਼ਾਨ ਕਦੇ ਨਹੀਂ ਜਾਂਦਾ, ਉਸ ਤਰ੍ਹਾਂ ਜਿਹੜਾ ਅਸੀਂ ਬੰਦੇ ਨੂੰ ਬੋਲਦੇ ਹਾਂ ਉਹਦੇ ਦਿੱਤੇ ਹੋਏ ਜ਼ਖਮ ਵੀ ਕਦੇ ਨਹੀਂ ਜਾਂਦੇ। Don't you think the father gave a good piece of advice to the boy? ਕੀ ਤੁਹਾਨੂੰ ਨਹੀਂ ਲੱਗਦਾ ਕਿ ਪਿਤਾ ਨੇ ਲੜਕੇ ਨੂੰ ਇੱਕ ਚੰਗਾ ਉਪਦੇਸ਼ ਦਿੱਤਾ? Friends and loved ones are very important in our lives like you are for us. ਮਿੱਤਰ ਅਤੇ ਪਿਆਰਿਆਂ ਦਾ ਵੀ ਸਾਡੇ ਜੀਵਨ ਵਿੱਚ ਉਨਾ ਹੀ ਮਹੱਤਵ ਹੈ ਜਿਵੇਂ ਕਿ ਸਾਡੇ ਲਈ ਹੈ। ਉਹਦੇ ਪਿਤਾ ਕਹਿੰਦਾ ਕਿ ਜਿਹੜੇ ਆਪਣੇ ਦੋਸਤ ਹੁੰਦੇ ਨੇ, ਫਰੈਂਡਸ ਹੁੰਦੇ ਨੇ, ਉਹਨਾਂ ਦਾ ਵੀ ਜ਼ਿੰਦਗੀ 'ਚ ਉਨਾ ਹੀ ਮਹੱਤਵ ਹੈ ਜਿੰਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਤੇਰਾ ਮਹੱਤਵ ਹੈ। They make you smile and laugh. ਉਹ ਤੈਨੂੰ ਮੁਸਕਰਾਹਟ ਅਤੇ ਹਾਸਾ ਦਿੰਦੇ ਹਨ। So be careful with your words if you do not want to lose your friends. ਕਹਿੰਦਾ ਅਗਰ ਤੂੰ ਆਪਣੇ ਮਿੱਤਰਾਂ ਨੂੰ ਨਹੀਂ ਖੋਣਾ ਚਾਹੁੰਦਾ ਤਾਂ ਤੂੰ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਵਰਤਿਆ ਕਰ। Let your words be kind. ਆਪਣੇ ਸ਼ਬਦਾਂ ਨੂੰ ਤੂੰ ਨਿਰਮਤਾ ਭਰੇ ਬਣਾ, ਮੰਨ ਲਓ ਕਿ ਚੰਗੇ ਬਣਾ, ਹਮੇਸ਼ਾ ਹਰ ਇੱਕ ਨੂੰ ਪਿਆਰ ਨਾਲ ਬੋਲੋ। ਬੇਟਾ ਇਸ ਚੈਪਟਰ ਤੋਂ ਜਿਹੜੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਗੁੱਸੇ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ। ਸਾਨੂੰ ਗੁੱਸੇ ਦੇ ਨਾਲ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ। ਇੱਕ ਕਹਾਵਤ ਵੀ ਹੈ ਕਿ ਬੰਦੇ ਨੂੰ ਕਦੇ ਵੀ ਜਦੋਂ ਗੁੱਸੇ ਦੇ ਵਿੱਚ ਹੋਵੇ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ। ਔਰ ਅਗਰ ਕਿਸੇ ਨੂੰ ਗੁੱਸਾ ਆਉਂਦਾ ਹੈ ਤਾਂ ਇਸ ਚੈਪਟਰ ਸਾਨੂੰ ਇਹ ਵੀ ਸਿੱਖਿਆ ਮਿਲੇਗਾ ਕਿ ਅਸੀਂ ਆਪਾਂ ਗੁੱਸੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਇਸ ਚੈਪਟਰ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੱਕ ਵਰਕਸ਼ੀਟ ਭੇਜੂੰਗਾ, ਉਹਦੇ ਵਿੱਚ ਕੁਝ ਐਕਟੀਵਿਟੀਜ਼ ਹੋਣਗੀਆਂ। ਬੇਟਾ ਤੁਸੀਂ ਉਹਨਾਂ ਐਕਟੀਵਿਟੀਜ਼ ਨੂੰ ਸੋਲਵ ਕਰਨਾ ਅਤੇ ਗਰੁੱਪ ਦੇ ਵਿੱਚ ਜਾਂ ਫਿਰ ਪਰਸਨਲ ਨੰਬਰ ਦੇ ਉੱਪਰ